ਓਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੀਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਭਰਿਆ ਰੇ। ਸੋ ਕਹੁ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸ ਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੇਲਾਵਲ ਮਹੱਲਾ ਪੰਜਵਾ। ਟਹਿਲ ਕਰੋ ਤੇਰੇ ਦਾਸ ਕੀ, ਭਾਗ ਝਾਰੋ ਬਾਲਾ। ਮਸਤਕ ਆਪਣਾ ਭੇਟ ਦਿਓ, ਗੁਣ ਸੁਣੋ ਰਸਾਲਾ। ਤੁਮ ਮਿਲਤੇ ਮੇਰਾ ਮਨ ਜੀਓ, ਤੁਮ ਮਿਲਹੁ ਦਇਆਲਾ। ਨਿਸਬਾਸੁਰ ਮਨ ਆਨੰਦ ਹੋਤ, ਚਿਤਵਤ ਕਿਰਪਾਲਾ। ਰਹਾਉ ਜਗਤ ਉਦਾਹਰਨ ਸਾਧ ਪ੍ਰਭ, ਤਿਨ ਲਾਗੋ ਪਾਲਾ। ਮੋਹ ਕੋ ਦੀਜੈ ਦਾਨ ਪ੍ਰਭ, ਸੰਤਨ ਪਗ ਰਾਲਾ। ਉਕਤ ਸਿਆਨਪ ਕਛ ਨਹੀਂ, ਨਾਹੀ ਕਛ ਕਾਲਾ। ਭ੍ਰਮ ਭੈ ਰਾਖੋ ਮੋਹ ਤੇ, ਕਾਟਹੁ ਜਮ ਜਾਲਾ। ਬਿਨੋ ਕਰੋ ਕਰੁਣਾ ਪਤੇ, ਪਿਤਾ ਪ੍ਰਤਪਾਲਾ। ਗੁਣ ਗਾਵੋ ਤੇਰੇ ਸਾਧ ਸੰਗ, ਨਾਨਕ ਸੁਖ ਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀਆਂ ਦੀ ਮਹਾਨ ਅਪਾਰ ਮਿਹਰਾਮਤ ਬਖਸ਼ਿਸ਼ ਸਦਕਾ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਹਾਜ਼ਰੀਆਂ ਭਰ ਰਹੇ ਹੋ। ਬੜੇ ਵੱਡੇ ਭਾਗਾਂ ਵਾਲੇ ਧਨਤਾ ਦੇ ਯੋਗ ਹੋ, ਜੋ ਸਤਿਗੁਰੂ ਜੀਆਂ ਦੀ ਗੋਦ ਦਾ ਨਿਗਮਾਨ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਕਰ ਰਹੇ ਹਾਂ। ਜੋ ਆਪ ਜੀ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀਆਂ ਦੇ ਪਾਵਨ ਸਥਾਨਾਂ 'ਤੇ ਹਾਜ਼ਰੀਆਂ ਭਰ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੀ।
जो पावन बचन आप जी ने सरवण कीते ने, सतगुरु जीआं दे पावन अंग 810 और 811 ਦੇ ਬਲਾਵਲ ਰਾਗ ਦੇ ਵਿੱਚ ਦਰਜ ਹਨ। ਇਹ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਗਏ ਹਨ। ਸੋ ਆਓ ਬੜੇ ਅਦਬ ਸਤਿਕਾਰ ਦੇ ਨਾਲ ਮਨ ਬਿਰਤੀਆਂ ਚਿੱਤ ਇਕਾਗਰ ਕਰੀਏ ਔਰ ਇਹਨਾਂ ਪਾਵਨ ਬਚਨਾਂ ਨੂੰ ਸਮਝ ਕਰਕੇ ਜੀਵਨ ਦੀਆਂ ਰਮਜ਼ਾਂ ਨੂੰ ਸਮਝੀਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਸਨ ਕਿ ਜਦੋਂ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੱਤੇ ਹੋਏ ਸਾਧੂ ਜਨ ਰੱਬ ਦੇ ਪਿਆਰੇ, ਜਦੋਂ ਉਹਨਾਂ ਦੀ ਸੰਗਤ ਦੇ ਵਿੱਚ ਜੀਵ ਜੁੜਨਾ ਕਰਦਾ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੰਦਾ, ਉਦੋਂ ਉਹਦੇ ਭਰਮ, ਉਹਦੀ ਭਟਕਣਾ ਉਹ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਤੇ ਜਿਹੜਾ ਰੱਬ ਦੇ ਪਿਆਰਿਆਂ ਤੋਂ ਬਿਨਾਂ ਆਪਣਾ ਜੀਵਨ ਬਤੀਤ ਕਰਦਾ ਹੈ, ਆਪਣੇ ਮਨ ਪਿੱਛੇ ਲੱਗ ਕਰਕੇ ਆਪਣੀਆਂ ਚਤੁਰਾਈਆਂ ਕਰਦਾ ਫਿਰਦਾ, ਨਾ ਰੱਬ ਦੀ ਗੱਲ ਕੋਈ ਮੰਨਣੀ ਨਾ ਸੁਣਨੀ, ਸਤਿਗੁਰੂ ਜੀ ਕਹਿੰਦੇ ਨੇ ਤੇਤੋ ਬਿਰਥਾਰੀ। ਉਹ ਆਪਣਾ ਸਮਾਂ, ਉਹ ਆਪਣੇ ਸਵਾਸ ਬਿਰਥੇ ਗਵਾਈ ਜਾ ਰਹੇ ਨੇ। ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਆ। ਬਚਪਨ ਆਇਆ, ਬਚਪਨ ਤੋਂ ਜਵਾਨੀ ਆਈ, ਪਰ ਰੱਬ ਦਾ ਚੇਤਾ ਨਹੀਂ ਰਿਹਾ। ਰੱਬ ਦੇ ਪਿਆਰਿਆਂ ਦੀ ਸੰਗਤ ਕੀਤਿਆਂ ਹੀ ਨਾਮ ਜਪਿਆ ਜਾ ਸਕਦਾ, ਭਰੋਸੇ ਦੇ ਵਿੱਚ ਰਿਆਂ ਹੀ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਬਚਪਨ ਤੋਂ ਜਵਾਨੀ ਦੇ ਵਿੱਚ ਆ ਗਿਆ, ਰੱਬ ਦਾ ਚੇਤਾ ਹੀ ਨਹੀਂ ਆਇਆ, ਨਾਮ ਸਿਮਰਨ ਦਾ ਚੇਤਾ ਹੀ ਨਹੀਂ ਆਇਆ, ਚਤੁਰਾਈਆਂ ਕਰਦਾ, ਸਿਆਣਪਾਂ ਕਰਦਾ, ਉਮਰਾਂ ਲੰਘ ਗਈਆਂ, ਪਰ ਇਹ ਸਿਆਣਪ ਆਈ ਨਹੀਂ ਮਨ ਦੇ ਵਿੱਚ ਕਿ ਗੁਰੂ ਨੇ ਤੇ ਕਿਹਾ ਸੀ ਕਿ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ। ਹਜ਼ਾਰਾਂ ਹੀ ਸਿਆਣਪਾਂ ਦਾ ਤੂੰ ਮਾਲਕ ਹੋਵੇਂ, ਨਾਲ ਤੇਰੇ ਇੱਕ ਵੀ ਨਹੀਂ ਹੋ ਜਾਣੀ। ਜੇ ਤੂੰ ਪਰਮਾਤਮਾ ਦੀ ਸੰਗਤ ਵਿੱਚ ਬੈਠ ਕਰਕੇ ਅੱਲਾ ਨੂੰ ਯਾਦ ਕਰਦਾ, ਪਰਮਾਤਮਾ ਨੂੰ ਯਾਦ ਕਰਦਾ, ਉਸ ਨਾਮ ਨੇ ਤੇਰੇ ਨਾਲ ਜਾਣਾ ਹੀ। ਤੇ ਜਦੋਂ ਅਸੀਂ ਸਤਿਪੁਰਸ਼ਾਂ ਦੀ ਰੰਗਿਆਂ ਹੋਇਆਂ ਜੀਵਾਂ ਦੇ ਚਰਨਾਂ ਦੇ ਵਿੱਚ ਜਾ ਕਰਕੇ ਬੈਠਦੇ ਹਾਂ, ਉਹਨਾਂ ਦੇ ਨਾਲ ਜੁੜਨ ਕਰਕੇ ਸਾਡਾ ਵੀ ਮੁਖ ਬੋਲਣ ਲੱਗ ਪੈਂਦਾ ਆ, ਸਾਡਾ ਵੀ ਰਸਨਾ ਜਪਣ ਲੱਗ ਪੈਂਦੀ ਹੈ, ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ ਆ। ਤੇ ਜਦੋਂ ਅਸੀਂ ਆਪਣੀਆਂ ਸਿਆਣਪਾਂ ਦੇ ਨਾਲ, ਆਪਣੀਆਂ ਚਤੁਰਾਈਆਂ ਦੇ ਨਾਲ ਕਿਸੇ ਸਤਿਪੁਰਸ਼ ਦਾ ਸਤਿਕਾਰ ਨਹੀਂ ਕਰਨਾ, ਨਾਮ ਜਪਣ ਵਾਲੀ ਰੂਹ ਦਾ ਅਦਬ ਨਹੀਂ ਕਰਨਾ, ਤੇ ਫਿਰ ਅਸੀਂ ਵੀ ਨਾਮ ਨਹੀਂ ਜਪ ਸਕਦੇ। ਕਮਾਈ ਵਾਲੀਆਂ ਰੂਹਾਂ ਦਾ ਸਤਿਕਾਰ ਕਰਨਾ, ਅਦਬ ਕਰਨਾ ਔਰ ਉਹਨਾਂ ਦੀ ਸੰਗਤ ਵਿੱਚ ਬੈਠਣਾ ਪਰਮਾਤਮਾ ਦੀ ਪ੍ਰਾਪਤੀ ਹੋਇਆ ਕਰਦੀ ਹੈ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕਰਕੇ ਨਾਮ ਦੀ ਕਮਾਈ ਕੀਤੀ, ਸਿਮਰਨ ਕੀਤਾ, ਉਹਨਾਂ ਤੋਂ ਬਲਿਹਾਰ ਬਲਿਹਾਰ ਜਾਂਦਾ ਆ ਗੁਰੂ, ਕਿਉਂਕਿ ਉਹਨਾਂ ਨੇ ਲਾਹਾ ਲੈਣਾ ਸ਼ੁਰੂ ਕਰ ਦਿੱਤਾ। ਤੇ ਇਹ ਕਿਰਪਾ ਹੁੰਦੀ ਹੈ ਤਦ ਜਦੋਂ ਸਤ ਸੰਗਤ ਸਹੇਲੀਆਂ ਮਿਲ ਜਾਵਣ, ਉਹਨਾਂ ਦੇ ਨਾਲ ਜੁੜ ਕਰਕੇ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਗੁਰਬਾਣੀ ਦਾ ਆਨੰਦ ਮਾਣਿਆ ਜਾਵੇ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਸਨ ਕਿ ਜਦੋਂ ਜੀਵ ਜੁੜ ਜਾਂਦਾ ਪਰਮਾਤਮਾ ਦੇ ਚਰਨਾਂ ਦੇ ਨਾਲ, ਇੰਨੀ ਨਿਮਰਤਾ ਦਾ ਪਾਤਰ ਬਣ ਜਾਂਦਾ ਹੈ, ਹਰ ਇੱਕ ਅੱਗੇ ਹੱਥ ਜੋੜਦਾ, ਨੀਵਾਂ ਤੇ ਨਿਮਾਣਾ ਬਣ ਕੇ ਗੁਰੂ ਦੇ ਅੱਗੇ ਬੇਨਤੀ ਕਰਦਾ ਆ ਕਿ ਦਾਤਿਆ ਕਿਰਪਾ ਕਰਿਓ, ਤੁਸੀਂ ਜਿਹੜੀ ਇਹ ਨਿੰਦਿਆ ਚੁਗਲੀ ਵਾਲੀ ਮੇਰੀ ਬਿਰਤੀ ਹੈ, ਜਿਹੜਾ ਮੇਰਾ ਜੀਵਨ ਹੈ,
ਇਹਨੂੰ ਦੂਰ ਕਰਕੇ ਆਪਣੇ ਨਾਮ ਦੇ ਵਿੱਚ ਇਸ ਚਿੱਤ ਨੂੰ ਜੋੜ ਛੱਡਿਓ। ਉਹ ਅਰਦਾਸ ਕਰਦਾ ਹੈ ਜੀਵ, ਤੇ ਨਹੀਂ ਤੇ ਜਿਹੜਾ ਆਪਣੀਆਂ ਚਤੁਰਾਈਆਂ, ਆਪਣੀਆਂ ਸਿਆਣਪਾਂ, ਉਹਨੂੰ ਅਰਦਾਸ ਹੀ ਨਹੀਂ ਕਰਨੀ ਆਉਂਦੀ। ਅਰਦਾਸ ਹੀ ਨਹੀਂ ਕਰਨੀ ਆਉਂਦੀ, ਨਾ ਉਹ ਬਚਨ ਕਮਾ ਸਕਦਾ, ਨਾ ਉਹਨੇ ਕੋਈ ਗੱਲ ਮੰਨਣੀ ਹੈ। ਤੇ ਜੇ ਗੱਲ ਮੰਨਣ ਵਾਲਾ ਹੋਵੇ ਤੇ ਕਾਰਜ ਰਾਸ ਹੋ ਜਾਵਣ। ਹੁਣੇ ਬੱਚਾ ਆਇਆ ਆਈਲਟਸ ਦਾ, ਕਹਿੰਦਾ ਪੇਪਰ ਦੇਣਾ, ਬਾਬਾ ਜੀ ਅਰਦਾਸ ਕਰਿਓ। ਬੇਨਤੀ ਕੀਤੀ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ। ਤੇ ਜਦੋਂ ਪੇਪਰ ਦੇਣ ਗਿਆ ਤੇ ਮੈਂ ਕਿਹਾ ਕਿ ਕਹਿ ਦੇਣਾ ਸਤਿਗੁਰੂ ਕਿਰਪਾ ਕਰਿਓ, ਮੈਨੂੰ ਕੁਝ ਨਹੀਂ ਜੇ ਆਉਂਦਾ, ਤੁਸੀਂ ਨਾਲ ਆਓ ਮੇਰੇ, ਤੁਸੀਂ ਵਰਤਿਓ। ਤੇ ਕਲਾਸ ਦੇ ਵਿੱਚ ਜਾਣ ਤੋਂ ਪਹਿਲਾਂ ਮੂਲ ਮੰਤਰ ਆਪਣੀ ਰਸਨਾ ਤੇ ਰੱਖੀ, ਮੂਲ ਮੰਤਰ ਦਾ ਜਾਪ ਕਰਦਾ ਜਾਈ, ਫਿਰ ਪੇਪਰ ਦੇਵੇਂ ਜਾ ਕਰਕੇ। ਤੇ ਜਦੋਂ ਘਰ ਆਇਆ ਤੇ ਕਹਿੰਦਾ ਕਿ ਮੈਡਮ ਬੜੀ ਸਖਤ ਸੀ, ਸਵਾਲ ਜਵਾਬ ਬੜੇ ਕਰਦੀ ਸੀ। ਤੇ ਅੱਜ ਫਿਰ ਆਇਆ ਅਰਦਾਸ ਕਰਵਾਉਣ ਵਾਸਤੇ ਕਿ ਦੂਸਰਾ ਪੇਪਰ ਹੈ। ਤੇ ਮੈਂ ਕਿਹਾ ਸਤਿਗੁਰੂ ਜੀਆਂ ਦੇ ਚਰਨਾਂ ਵਿੱਚ ਬੇਨਤੀ ਤੇ ਕਰਤੀ ਹੈ, ਪਰ ਮੂਲ ਮੰਤਰ ਦਾ ਜਾਪ ਜੱਖੀ ਜਾ ਰਹੀ, ਫਿਰ ਜਾ ਕਰਕੇ ਪੇਪਰ ਦਵੀਂ। ਤੇ ਮੈਂ ਸਹਿਜ ਸੁਭਾਈ ਕਿਹਾ ਕਿ ਤੂੰ ਨਾ ਉਸ ਦਿਨ ਮੂਲ ਮੰਤਰ ਦਾ ਜਾਪ ਨਹੀਂ ਕੀਤਾ, ਜੇ ਕੀਤਾ ਹੁੰਦਾ ਤੇ ਮੈਡਮ ਨੇ ਤੈਨੂੰ ਬੋਲਣਾ ਨਹੀਂ ਸੀਗਾ। ਤੇ ਮੰਨ ਗਿਆ, ਕਹਿੰਦਾ ਨਹੀਂ ਕੀਤਾ। ਇਸ ਕਰਕੇ ਜਦੋਂ ਅਸੀਂ ਕਹਿਣਾ ਮੰਨਦੇ ਹਾਂ, ਹੋ ਸਕਦਾ ਸ਼ਾਇਦ ਕਿਤੇ ਮੂਲ ਮੰਤਰ ਦੀ ਬਾਣੀ ਦਾ ਜਾਪ ਹੁੰਦਾ ਰਸਨਾ ਤੇ ਅੱਗੋਂ ਉਹਦੀ ਤਾਕਤ ਹੀ ਨਾ ਬਣਦੀ ਬੋਲਣ ਦੀ, ਸਹਿਜ ਸੁਭਾਅ ਹੀ ਕਾਰਜ ਰਸ ਹੋ ਜਾਂਦੇ ਨੇ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਜਿਹੜਾ ਨਾਮ ਦੇ ਨਾਲ ਜੁੜਦਾ ਉਹਨਾਂ ਦੇ ਕਾਰਜ ਸੌਰਣੇ ਨੇ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਉਹਨਾਂ ਦੇ ਉਹ ਕਾਰਜ ਸਵਾਰਦਾ, ਸ਼ੰਕਾ ਵਾਲੀ ਗੱਲ ਕੋਈ ਨਹੀਂ ਗੀ, ਇਹਦੇ ਵਿੱਚ ਕੋਈ ਦੋ ਰਾਇਵਾਂ ਨਹੀਂ ਗਈਆਂ। ਜਿਹੜਾ ਆਪਣੇ ਰੱਬ ਦੇ ਪਿਆਰਿਆਂ ਦੇ ਬਚਨਾਂ ਤੇ ਪਹਿਰਾ ਦੇ ਕਰਕੇ ਰਸਨਾ ਦੇ ਨਾਲ ਨਾਮ ਦੀ ਕਮਾਈ ਕਰਦਾ ਹੈ, ਉਹਨਾਂ ਦੇ ਕਾਰਜ ਸੌਰਦੇ ਹੀ ਸੌਰਦੇ ਨੇ। ਉਹ ਸਵਾਰਦਾ ਹੈ ਮਾਲਕ। ਇਸ ਕਰਕੇ ਜਿਨ੍ਹਾਂ ਨੇ ਬਚਨਾਂ ਦੀ ਕਮਾਈ ਕੀਤੀ, ਗੁਰੂ ਦੇ ਸ਼ਬਦ ਦੇ ਵਿੱਚ ਅਭੇਦ ਹੋ ਗਏ, ਉਹਨਾਂ ਨੇ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਇਹੀ ਫਰਿਆਦ ਕਰਨੀ ਕਿ ਦਾਤਿਆ ਤੇਰੀ ਕਿਰਪਾ ਦੇ ਨਾਲ ਮੈਂ ਸਦਾ ਹੀ ਸਾਰੀ ਸੰਗਤਾਂ ਦੇ ਚਰਨਾਂ ਦੀ ਧੂੜ ਬਣਿਆ ਰਵਾਂ। ਨਿੰਦਿਆ ਚੁਗਲੀ ਤੋਂ ਮੈਨੂੰ ਬਚਾ ਕਰਕੇ ਰੱਖੀ। ਮੈਂ ਹਮੇਸ਼ਾ ਤੇਰੇ ਨਾਮ ਦੇ ਵਿੱਚ ਜੁੜ ਕਰਕੇ ਆਪਣਾ ਜੀਵਨ ਬਤੀਤ ਕਰਾਂ। ਤੇ ਕਿਉਂਕਿ ਦਇਆ ਮਇਆ ਅਰ ਨਿਕਟ ਵੇਖੋ, ਰੱਬ ਨੂੰ ਹਰ ਵੇਲੇ ਨੇੜੇ ਦੇਖਦਾ ਆ, ਰੱਬ ਨੂੰ ਹਰ ਵੇਲੇ ਹੀ ਆਪਣੇ ਨਾਲ ਸਮਝਦਾ ਆ। ਤੇ ਰੱਬ ਦੇ ਸਾਹਮਣੇ ਕਿਵੇਂ ਗਲਤੀ ਕਰ ਸਕਦਾ ਆ? ਰੱਬ ਦੇ ਸਾਹਮਣੇ ਕੋਈ ਗਲਤੀ ਕਰਨ ਨੂੰ ਦਿਲ ਹੀ ਨਹੀਂ ਕਰਦਾ, ਕਿਉਂਕਿ ਆਪਾਂ ਵੇਖਦੇ ਹਾਂ ਕਿ ਆਹ ਚਾਰ ਜੀ ਵੇਖਦੇ ਨੇ, ਆਪਾਂ ਨਹੀਂ ਕੁਛ ਕਰਨਾ। ਜਿਉਂ ਹੀ ਉਹ ਕਿਸੇ ਪਾਸੇ ਜਾਂਦੇ ਨੇ ਤੇ ਅੱਖ ਬਚਾ ਕਰਕੇ ਉਹ ਗਲਤੀ ਕਰਨ ਲਈ ਮਜਬੂਰ ਹੋ ਜਾਂਦਾ ਇਹ ਜੀਵ। ਉਹ ਤੇ ਓਲੇ ਹੋ ਗਏ, ਰੱਬ ਤੇ ਤੇਰੇ ਨਾਲ ਆ ਨਾ, ਰੱਬ ਤੇ ਤੇਰੇ ਅੰਦਰ ਆ ਨਾ, ਉਹ ਸਾਰਾ ਕੁਝ ਦੇਖਦਾ ਪਿਆ ਏ। ਉਹਨੂੰ ਭਰੋਸਾ ਇਹ ਉਹਨੂੰ ਹੁੰਦਾ ਹੈ ਜਿਹੜਾ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਆ, ਜਿਹੜਾ ਸੰਗਤ ਕਰ ਕਰਕੇ ਨਾਮ ਦੇ ਵਿੱਚ ਜੁੜ ਜਾਂਦਾ, ਨਾਮ ਜਪਦਾ 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 ਸੁਰਤ ਦੇ ਵਿੱਚ ਟਿਕ ਕਰਕੇ ਸ਼ਬਦ ਦੀ ਕਮਾਈ ਕਰਦਾ ਆ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦਾ ਤਨ ਵੀ ਉਹਦਾ ਮਨ ਵੀ ਸ਼ੀਤਲ ਹੋ ਜਾਂਦਾ ਆ, ਤੇ ਸੰਸਾਰ ਦੇ ਵਿਕਾਰਾਂ ਵਾਲੀ ਜ਼ਿੰਦਗੀ ਤੋਂ ਉਹ ਮੁਕਤ ਹੋ ਜਾਂਦੇ ਨੇ। ਉਹਨਾਂ ਦੇ ਬੰਧਨ ਟੁੱਟ ਜਾਂਦੇ ਨੇ। ਉਹਨਾਂ ਨੂੰ ਵਿਘਨ ਨਹੀਂ ਪੈਂਦੇ ਨਾਮ ਜਪਣ ਲੱਗਿਆਂ, ਉਹਨਾਂ ਨੂੰ ਵਿਘਨ ਨਹੀਂ ਪੈਂਦੇ ਸੇਵਾ ਕਰਨ ਲੱਗਿਆਂ, ਉਹਨਾਂ ਦੇ ਕਾਰਜਾਂ ਦੇ ਵਿੱਚ ਵਿਘਨ ਕੋਈ ਨਹੀਂ ਪੈਂਦਾ, ਕਿਉਂ ਉਹਨਾਂ ਨੇ ਰੱਬ ਨੂੰ ਖੁਸ਼ ਕਰ ਲਿਆ ਹੈ। ਤੇ ਜਿਨ੍ਹਾਂ ਦਾ ਤਨ ਵੀ ਤੇ ਮਨ ਵੀ ਠੰਡਾ ਠਾਰ ਹੋ ਗਿਆ, ਉਹ ਬੰਧਨਾਂ ਤੋਂ ਛੁੱਟ ਕੇ ਨਿਰੰਕਾਰ ਦੇ ਚਰਨਾਂ ਦੇ ਵਿੱਚ ਜੁੜ ਜਾਂਦੇ ਨੇ।
ਤੇ ਇਹੀ ਅਰਦਾਸ ਕਰਦੇ ਨੇ ਕਿ ਹੀਤ ਚੀਤ ਸਭ ਪ੍ਰਾਣ ਧਨ ਨਾਨਕ ਦਰਸਾਰੀ। ਦਾਤਿਆ ਇਹ ਜਿਹੜਾ ਮੇਰਾ ਚਿੱਤ ਹੈ, ਇਹ ਜਿਹੜੀ ਮੇਰੀ ਸੁਰਤ ਹੈ, ਇਹ ਮੇਰੀ ਜਿਹੜੀ ਜਿੰਦ ਦੇ ਪ੍ਰਾਣ ਨੇ, ਇਹ ਤੇਰੇ ਚਰਨਾਂ ਦੇ ਨਾਲ ਜੁੜੇ ਰਹਿਣ। ਇਹੀ ਮੈਂ ਤੇਰੇ ਕੋਲੋਂ ਮੰਗਦਾ ਆ। ਜੇ ਮੇਰੀ ਸੁਰਤ ਤੇਰੇ ਚਰਨਾਂ ਵਿੱਚ ਟਿਕੀ ਰਹੀ, ਜੇ ਮੇਰੇ ਪ੍ਰਾਣ ਨੇ ਮੈਂ ਇਹ ਸਮਝਾਂ ਕਿ ਤੇਰੇ ਵਾਸਤੇ ਹੀ ਨੇ, ਹੋਰ ਕਿਸੇ ਵਾਸਤੇ ਨਹੀਂ, ਇਹ ਚਿੱਤ ਜਿਹੜਾ ਮੇਰਾ ਮਨ ਹੈ ਤੇਰੇ ਚਰਨਾਂ ਨਾਲ ਜੁੜਿਆ ਹੋਇਆ ਹੀ ਜੀਵਨ ਬਤੀਤ ਕਰੇ। ਤੇ ਸਤਿਗੁਰੂ ਜੀ ਹੁਣ ਅੱਗੇ ਸਮਝਾਉਣ ਲੱਗੇ ਨੇ ਕਿ ਜਿਨ੍ਹਾਂ ਨੇ ਰੱਬ ਨੂੰ ਯਾਦ ਕੀਤਾ, ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਸਾਂਝ ਪੈਦਾ ਕਰ ਲਈ, ਕਿਉਂਕਿ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਆ ਕਿ ਰੱਬ ਨੂੰ ਮਨਾ ਲਵੇ। ਅੱਜ ਰੱਬ ਨੇ ਸਾਨੂੰ ਖੁਸ਼ੀ ਦਿੱਤੀ ਹੈ ਕੋਈ, ਤੇ ਰੱਬ ਨੂੰ ਅਸੀਂ ਯਾਦ ਕਰਦੇ ਹਾਂ, ਤੇ ਜੇ ਨਾ ਦਿੱਤੀ ਤੇ ਅਸੀਂ ਨਾਰਾਜ਼ ਹੋ ਜਾਂਦੇ ਹਾਂ, ਸਾਨੂੰ ਗਮੀ ਆ ਜਾਂਦੀ ਹੈ। ਅਸੀਂ ਰੱਬ ਨੂੰ ਛੱਡ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਖਹਿੜਾ ਛੱਡ ਕੇ ਹੋਰ ਪਾਸੇ ਦੌੜਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਕਾਰਜ ਸੌਰ ਜਾਣ। ਭਾਵੇਂ ਰੱਬ ਦੀਆਂ ਨਜ਼ਰਾਂ 'ਚ ਉਹ ਗਲਤ ਹੈ, ਗਲਤ ਨੂੰ ਹੀ ਸਹੀ ਕਰਨ ਦੇ ਵਿੱਚ ਲੱਗੇ ਰਹਿੰਦੇ ਆ। ਤੇ ਜਿਨ੍ਹਾਂ ਨੂੰ ਭਰੋਸਾ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਹੀ ਸੀਸ ਨਵਾਉਂਦੇ ਨੇ, ਝੁਕਾਉਂਦੇ ਨੇ, ਅਰਦਾਸ ਕਰਦੇ ਨੇ। ਜੇ ਉਹ ਦਾਤੇ ਨੇ ਸੁਣ ਲਈ ਤਦ ਵੀ ਚੰਗਾ ਆ, ਤੇ ਜੇ ਨਾ ਸੁਣੀ ਤੇ ਤਦ ਵੀ ਚੰਗਾ। ਜੇ ਗੁਰ ਝੜਕੇ ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਉਹ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਗਿਲਾ ਸ਼ਿਕਵਾ ਗੁਰੂ ਦੇ ਨਾਲ ਨਹੀਂ ਰੱਖਦੇ, ਕਿਉਂਕਿ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਜ਼ਿੰਦਗੀ ਦੇ ਵਿੱਚ ਦੁੱਖ ਤੇ ਆਉਣੇ ਹੀ ਆਉਣੇ ਨੇ, ਦੁੱਖਾਂ ਤੋਂ ਬਾਅਦ ਹੀ ਸੁੱਖ ਆਉਣੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰਪੈ ਨਹੀਂ ਮਾਨੈ, ਕੰਚਨ ਮਾਟੀ ਮਾਨੈ। ਉਹ ਜੀਵ ਕਿਵੇਂ ਆਨੰਦ ਲੈ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ, ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਹੀਂ ਅੜੇ ਤੱਕ ਪੱਕਾ ਕੀਤਾ ਕਿ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ, ਪਰ ਨਾਮ ਜਪਣ ਵਾਲੇ ਨੂੰ ਪਹਿਲ ਦੇ ਆਧਾਰ 'ਤੇ ਪ੍ਰਮਾਤਮਾ ਦੇ ਦਰ 'ਤੇ ਟਿਕਾਣਾ ਮਿਲਦਾ ਆ। ਸਤਿਗੁਰੂ ਜੀ ਸਮਝਾਉਣ ਲੱਗੇ ਨੇ, ਕਹਿੰਦੇ ਨੇ ਟਹਿਲ ਕਰੋ ਤੇਰੇ ਦਾਸ ਕੇ, ਪੱਗ ਝਾਰੋ ਬਾਲ। ਕਹਿੰਦੇ ਦਾਤਿਆ ਤੇਰੇ ਚਰਨਾਂ ਨਾਲ ਨਹੀਂ ਨਾ ਜੁੜ ਸਕਿਆ, ਮੇਰੀ ਪਹੁੰਚ ਤੇਰੇ ਤੱਕ ਨਹੀਂ ਬਣ ਸਕੀ। ਇੱਕ ਮਿਹਰ ਦੀ ਨਜ਼ਰ ਕਰ ਦਿਓ, ਇੱਕ ਤੇ ਕਿਰਪਾ ਕਰ ਦਿਓ, ਤਰਸ ਕਰ ਦਿਓ ਕਿਤੇ ਮੇਰੇ ਤੇ, ਜਿਹੜੇ ਤੇਰੇ ਚਰਨਾਂ ਨਾਲ ਜੁੜੇ ਆ ਨਾ, ਜਿਨ੍ਹਾਂ ਨੂੰ ਤੂੰ ਆਪਣਾ ਆਪਾ ਸਮਰਪਿਤ ਕੀਤਾ ਹੀ ਦਾਤਿਆ, ਕਿਤੇ ਤੂੰ ਮੈਨੂੰ ਉਹਨਾਂ ਦੇ ਨਾਲ ਹੀ ਜੋੜ ਦੇ, ਮੈਂ ਉਹਨਾਂ ਦੇ ਚਰਨਾਂ ਨਾਲ ਹੀ ਜੁੜ ਜਾਵਾਂ, ਕਿਤੇ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ, ਉਹਨਾਂ ਦੇ ਚਰਨਾਂ ਨੂੰ ਮੈਂ ਆਪਣੇ ਕੇਸਾਂ ਦੇ ਨਾਲ ਸਾਫ਼ ਕਰਾਂ। ਮੈਨੂੰ ਉਹਨਾਂ ਦੇ ਚਰਨਾਂ ਦੇ ਨਾਲ ਹੀ ਜੋੜ ਦੇ, ਮੈਂ ਉਹਨਾਂ ਦੇ ਚਰਨਾਂ ਨੂੰ ਆਪਣੇ ਕੇਸਾਂ ਦੇ ਨਾਲ ਝਾੜਾਂ। ਵੇਖੋ ਕਿੱਡੀ ਵੱਡੀ ਵਡਿਆਈ ਦੇ ਰਹੇ ਨੇ। ਨਾਮ ਜਪਣ ਵਾਲੇ ਨੂੰ, ਸਿਮਰਨ ਕਰਨ ਵਾਲੇ ਨੂੰ, ਜਿਹੜਾ ਵੀ ਜੀਵ ਸਿਮਰਨ ਕਰਦਾ ਆ, ਇਹ ਜ਼ਰੂਰੀ ਨਹੀਂ ਕਿ ਚੋਲਿਆਂ ਵਾਲੇ ਸਿਮਰਨ ਕਰ ਸਕਦੇ ਨੇ, ਦਸਤਾਰਾਂ ਬੰਨੀਆਂ ਗੋਲ ਉਹੀ ਸਿਮਰਨ ਕਰ ਸਕਦੇ ਨੇ। ਮਿਹਨਤ ਕਮਾਈ ਕਰਨ ਵਾਲਾ ਜੀਵ ਵੀ ਸਿਮਰਨ ਕਰ ਸਕਦਾ, ਉਸ ਚੋਲਿਆਂ ਵਾਲਿਆਂ ਨਾਲੋਂ ਵੀ ਅੱਗੇ ਹੋ ਸਕਦਾ ਆ। ਗੱਲ ਹੈ ਬੈਠਣ ਦੀ, ਗੱਲ ਹੈ ਨਾਮ ਦੀ ਕਮਾਈ ਕਰਨ ਦੀ। ਜਿਨ੍ਹਾਂ ਨੇ ਕੀਤੀ ਉਹਨਾਂ ਨੇ ਰੱਬ ਨੂੰ ਮਨਾਇਆ ਆ। ਤੇ ਜੇ ਸਦਾ ਹੀ ਆਪਣੇ ਕੰਮਾਂ ਕਾਰਾਂ ਵਿੱਚ ਹੀ ਵਿਅਸਤ ਰਹੇ ਤੇ ਰੱਬ ਨੂੰ ਭੁਲਾ ਲਿਆ, ਤੇ ਕਹਿੰਦੇ ਜਨਮ ਹੀ ਬਿਰਥਾ ਚਲਾ ਗਿਆ, ਸਮਾਂ ਹੀ ਬਰਬਾਦ ਕਰ ਲਿਆ। ਸਗੋਂ ਜਿਹੜਾ ਜੀਵ ਆਪਣੀ ਮਿਹਨਤ ਦੀ ਕਮਾਈ ਕਰਦਾ ਨਾ, ਉਹਦਾ ਸਿਮਰਨ ਜ਼ਿਆਦਾ ਹੁੰਦਾ ਆ। ਉਹ ਆਪਣਾ ਪਰਿਵਾਰ ਵੀ ਪਾਲਦਾ ਆ, ਆਪਣਾ ਕੰਮ ਕਾਰ ਵੀ ਕਰਦਾ ਆ, ਤੇ 2 ਵਕਤ ਗੁਰੂ ਦੇ ਚਰਨਾਂ ਵਿੱਚ ਵੀ ਆਣ ਕੇ ਜੁੜਦਾ। ਉਹਦੀ ਤੇ ਬੜੀ ਵੱਡੀ ਕਮਾਈ ਹੈ। ਹੁਣ ਸਾਡੇ ਵਰਗਿਆਂ ਨੂੰ
ਸੰਗਤਾਂ ਖਵਾ ਦਿੰਦੀਆਂ ਨੇ, ਨਾ ਨਾਮ ਜਪਣਾ ਨਾ ਸਿਮਰਨ ਕਰਨਾ, ਖਾਈ ਜਾਂਦੇ ਆ, ਪਰ ਨਾ ਕਮਾਈ ਦੀ ਦਾਤ ਹੈ, ਨਾ ਕੋਈ ਮਿਹਨਤ ਹੈ, ਨਾ ਕੋਈ ਗੱਲ, ਨਾ ਕੋਈ, ਤੇ ਕਿੱਥੋਂ ਰੱਬ ਸਾਡੇ ਵਰਗਿਆਂ ਤੇ ਖੁਸ਼ ਹੋ ਸਕਦਾ ਆ। ਪਰ ਜਿਹੜੇ ਮਿਹਨਤ ਦੀ ਕਮਾਈ ਕਰਦੇ ਨੇ, ਹੱਕ ਸੱਚ ਦੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਤੇ ਨਾਲ ਰੱਬ ਵਾਸਤੇ ਸਮਾਂ ਕੱਢਦੇ ਨੇ, ਕਹਿੰਦੇ ਸੰਤ ਹੀ ਉਹ ਆ, ਉਹਨੂੰ ਸੰਤ ਕਹਿੰਦੇ ਆ। ਤੇ ਜਿਨ੍ਹਾਂ ਨੇ ਪਹਿਰਾਵਾ ਧਾਰਮਿਕ ਪਾਇਆ, ਪਰਮਾਤਮਾ ਦੇ ਨਾਮ ਦੀ ਕੋਈ ਕਮਾਈ ਨਹੀਂ ਕਰਨੀ, ਸਿਮਰਨ ਨਹੀਂ ਕਰਨਾ, ਠੱਗੀਆਂ ਮਾਰ ਮਾਰ ਕੇ ਜੇਬਾਂ ਭਰੀ ਜਾਣੀਆਂ ਨੇ, ਤੇ ਰੱਬ ਕਿਤੇ ਉਹਨਾਂ ਨੂੰ ਸੰਤ ਨਹੀਂ ਕਹਿੰਦਾ। ਤੇ ਇਹ ਵੀ ਭੇਦ ਵਿੱਚ ਨਾ ਰਹਿਣਾ, ਕਿਉਂਕਿ ਹਰ ਮਨੁੱਖ ਸੋਚ ਲੈਂਦਾ ਕਿ ਜੋ ਕਹਿ ਰਹੇ ਨੇ ਸਾਰਿਆਂ ਨੂੰ ਕਹਿ ਰਹੇ ਨੇ, ਜ਼ਰੂਰੀ ਨਹੀਂ ਹੁੰਦਾ। ਹਰ ਏਰੀਏ ਦੇ ਵਿੱਚ, ਹਰ ਮਟੀਰੀਅਲ ਦੇ ਵਿੱਚ ਕੋਈ ਨਾ ਕੋਈ ਮਿਕਸ ਹੁੰਦਾ ਹੀ ਹੁੰਦਾ ਆ, ਕਿਉਂਕਿ ਕਈ ਸਾਧੂ ਜਨ ਐਸੇ ਨੇ, ਰੱਬ ਦੇ ਪਿਆਰੇ ਸੰਤ ਜਨ ਐਸੇ ਨੇ, ਜਿਹੜੇ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ ਨੇ, ਬੜੇ ਨੇ। ਪਰ ਕਈ ਮਿਕਸ ਉਹ ਵੀ ਨੇ ਜਿਹੜੇ ਭੇਖੀ ਬਣ ਕਰਕੇ ਸੰਗਤਾਂ ਨੂੰ ਗੁੰਮਰਾਹ ਕਰ ਕਰਕੇ, ਐਸੇ ਵਹਿਮਾਂ ਭਰਮਾਂ 'ਚ ਪਾ ਕਰਕੇ ਲੁੱਟਣ ਦਾ ਟਕਵੰਜ ਬਣਾਇਆ ਉਹਨਾਂ ਨੇ। ਉਹਨਾਂ ਨੂੰ ਰੱਬ ਦੀ ਸ਼ਕਤੀ ਦਾ ਕੋਈ ਪਤਾ ਨਹੀਂ, ਉਹਨਾਂ ਨੂੰ ਰੱਬ ਦੇ ਨਾਲ ਕੋਈ ਪਿਆਰ ਨਹੀਂ ਗਾ, ਉਹਨਾਂ ਨੂੰ ਮਾਇਆ ਨਾਲ ਪਿਆਰ ਆ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜੀਵ ਜੇ ਕਿਤੇ ਰੱਬ ਦੇ ਪਿਆਰਿਆਂ ਦੇ ਦਾਸਾਂ ਦੀ ਹੀ ਸੰਗਤ ਮਿਲ ਜਾਵੇ, ਉਹਨਾਂ ਦੀ ਸੰਗਤ ਵਿੱਚ ਹੀ ਆਪਣੇ ਆਪ ਨੂੰ ਜੋੜ ਲੈਣਾ, ਇਹ ਵੀ ਬੜੇ ਵੱਡੇ ਉੱਤਮ ਕਰਮ ਨੇ। ਇਹ ਤੋਂ ਵੱਡਾ ਕੋਈ ਕਰਮ ਨਹੀਂ ਹੋ ਸਕਦਾ ਜਿਹੜਾ ਅਸੀਂ ਕਿਸੇ ਦੀ ਸੰਗਤ ਵਿੱਚ ਜੁੜ ਕਰਕੇ ਨਾਮ ਜਪਣ ਲੱਗ ਜਾਈਏ, ਪਰਮਾਤਮਾ ਦੀ ਬੰਦਗੀ ਕਰਨ ਲੱਗ ਜਾਈਏ। ਮਸਤਕੇ ਆਪਣਾ ਭੇਟ ਦਿਓ, ਗੁਣ ਸੁਨੋ ਰਸਾਲ। ਜਿਹੜੇ ਤੁਹਾਨੂੰ ਰੱਬ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦੇ ਆ ਨਾ, ਜਿਹੜੇ ਤੈਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਨ ਦੀ ਜੁਗਤ ਦੱਸਦੇ ਨੇ, ਕਹਿੰਦੇ ਉਹਨਾਂ ਨੂੰ ਇਹ ਆਪਣਾ ਮੱਥਾ ਭੇਟ ਕਰ ਦਿਓ, ਮਸਤਕ ਆਪਣਾ ਭੇਟ ਦਿਓ। ਇਹ ਸਿਰ ਆਪਣਾ ਉਹਦੇ ਅੱਗੇ ਭੇਟਾ ਕਰਦੇ। ਸਿਰ ਭੇਟਾ ਕਰਨ ਦਾ ਮਤਲਬ ਹੈ ਆਪਣਾ ਦਿਮਾਗ ਨਹੀਂ ਚਲਾਉਣਾ, ਉੱਥੇ ਨੀਵਾਂ ਤੇ ਨਮਾਣਾ ਹੀ ਬਣ ਕੇ ਰਹਿਣਾ ਹੈ। ਸਵਾਲ ਜਵਾਬ ਨਹੀਂ, ਜੋ ਉਹਨਾਂ ਨੇ ਕਹਿ ਦਿੱਤਾ ਉਹਨੂੰ ਸੱਤ ਕਰਕੇ ਮੰਨਣ ਦੀ ਕੋਸ਼ਿਸ਼ ਕਰਨੀ ਹੈ। ਤੇਰਾ ਦਿਮਾਗ ਕਵੇ ਕਿ ਇਹ ਸਹੀ ਨਹੀਂ ਹੈ, ਪਰ ਉਹ ਜੇ ਕਹਿੰਦੇ ਨੇ ਉਹ ਸਹੀ ਨਹੀਂ ਨੂੰ ਵੀ ਤੂੰ ਸਹੀ ਕਹਿਣਾ ਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬੜੀ ਅੱਧੀ ਰਾਤ ਹੈ, ਸਮਾਂ ਰਾਤ ਦੇ 12 ਵਜੇ ਨੇ, ਬਾਬਾ ਸ਼੍ਰੀ ਚੰਦ ਜੀਆਂ ਨੂੰ ਕਹਿੰਦੇ ਕਿ ਆ ਮੇਰਾ ਚਦਰਾ ਆ, ਇਹਨੂੰ ਧੋ ਕੇ ਤੇ ਬਾਹਰ ਸੁੱਕਣੇ ਪਾ ਕੇ ਆ। ਦੋਨਾਂ ਪੁੱਤਰਾਂ ਨੂੰ ਕਿਹਾ, ਦੋਨੇ ਕਹਿੰਦੇ ਸਵੇਰ ਚੜ੍ਹੇਗੀ, ਧੁੱਪ ਲੱਗੇਗੀ ਤੇ ਧੋ ਕੇ ਸੁੱਕਣੇ ਪਾ ਦਾਂਗੇ, ਸੁੱਕਣ ਵਾਲਾ ਬਣੂਗਾ। ਇਸ ਵੇਲੇ ਧੋਣ ਦਾ ਕੀ ਫਾਇਦਾ, ਨਾ ਧੁੱਪ ਲੱਗੀ ਹੈ, ਹਨੇਰਾ ਆ 4 ਸਵੇਰੇ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਕਿਹਾ ਕਿ ਜਾ ਆ ਚਾਦਰਾ ਧੋ ਕਰਕੇ ਬਾਹਰ ਸੁੱਕਣੇ ਪਾ ਦਿਓ, ਤਾਂ ਜੋ ਇਹ ਚਾਦਰਾ ਸੁੱਕ ਜਾਵੇ ਜਲਦੀ। ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਹੱਥ ਜੋੜ ਕਰਕੇ ਬੇਨਤੀ ਕਰਦੇ, ਦਾਤਿਆ ਜੋ ਤੁਹਾਡਾ ਹੁਕਮ ਹੈ ਉਹਨੂੰ ਮੰਨਣਾ ਸਾਡਾ ਫਰਜ਼ ਬਣਦਾ ਹੈ। ਅਸੀਂ ਤੁਹਾਡੇ ਚਰਨਾਂ ਦੇ ਨਾਲ ਜੁੜੇ ਹਾਂ। ਜੋ ਤੁਸੀਂ ਸਾਨੂੰ ਹੁਕਮ ਕੀਤਾ ਹੈ ਅਸੀਂ ਕਿਵੇਂ ਮੁਨਕਰ ਹੋ ਸਕਦੇ ਹਾਂ। ਤੁਸੀਂ ਚਾਦਰਾ ਦਿਓ ਮੈਨੂੰ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਚਾਦਰਾ ਧੋਂਦੇ ਨੇ ਤੇ ਜਿਉਂ ਹੀ ਚਾਦਰਾ ਧੋ ਕਰਕੇ ਜਾ ਕਰਕੇ ਬਾਹਰ ਪਾਉਂਦੇ ਨੇ ਤੇ ਐ ਮਹਿਸੂਸ ਹੁੰਦਾ ਜਿਵੇਂ ਤਿੱਖੜ ਦੁਪਹਿਰ ਲੱਗੀ ਹੈ, ਤਿੱਖੀ ਧੁੱਪ ਨਿਕਲੀ ਹੋਈ ਹੈ। ਇਹ ਬਚਨ ਕਮਾਉਣ ਦੀਆਂ ਗੱਲਾਂ ਨੇ। ਜਿਨ੍ਹਾਂ ਨੇ ਬਚਨ ਕਮਾਇਆ ਉਹਨਾਂ ਨੇ ਕੁਝ ਪਾਇਆ ਆ।
ਅਸੀਂ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੰਦੇ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਚਰਨਾਂ ਦੇ ਨਾਲ ਤੂੰ ਜੁੜਿਆ, ਜਿਹੜੇ ਤੈਨੂੰ ਰੱਬ ਦੀ ਬਾਤ ਸੁਣਾਉਂਦੇ ਆ ਨਾ, ਤੇ ਜੇ ਤੂੰ ਸੁਣਨ ਜਾ ਰਿਹਾ ਉੱਥੇ ਸ਼ੰਕਾ ਨਾ ਹੋਵੇ, ਉੱਥੇ ਸ਼ੰਕੇ ਨੇ ਤੇਰਾ ਜਿਹੜਾ ਸੁਰਤ ਦਾ ਪੱਧਰ ਹੈ ਉਹਨੂੰ ਨੀਵਾਂ ਹੀ ਰਹਿਣ ਦੇਣਾ ਹੀ। ਸ਼ੰਕੇ ਦੂਰ ਕਰ, ਭਰੋਸਾ ਰੱਖ ਉਸ ਪਿਆਰੇ ਤੇ, ਉਸ ਰੱਬ ਦੇ ਪਿਆਰੇ ਦੇ ਜਨ ਦੇ ਨਾਲ ਜੁੜਨਾ ਤੂੰ ਕੀਤਾ ਹੀ ਆ, ਤੇ ਭਰੋਸਾ ਰੱਖ ਕਰਕੇ ਕਿ ਜੇ ਮੈਂ ਇਹਨਾਂ ਦੇ ਚਰਨਾਂ ਨਾਲ ਜੁੜਿਆ ਤੇ ਇਹ ਮੈਨੂੰ ਡੁੱਬਣ ਨਹੀਂ ਦੇਣਗੇ। ਮੈਂ ਜੁੜਿਆ ਆ। ਕਈਆਂ ਦੇ ਹੁਣ ਸਵਾਲ ਹੁੰਦੇ ਨੇ ਕਿ ਸਾਡੇ ਬੱਚੇ ਛੋਟੇ ਹੁੰਦੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਸੀ, ਬੜਾ ਪਾਠ ਕਰਦੇ ਸੀ, ਬੜਾ ਪਾਠ ਕਰਦੇ ਸੀ, ਤੇ ਕੀ ਉਹਨਾਂ ਨੂੰ ਆਪਾਂ ਜੋੜਿਆ ਕਿਸੇ ਦੇ ਚਰਨਾਂ ਨਾਲ? ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਜੀਵ ਉਹਨਾਂ ਚਿਰ ਰਹਿ ਸਕਦਾ ਜਿੰਨਾ ਚਿਰ ਸੰਗਤ ਹੁੰਦੀ ਰੱਬ ਦੇ ਪਿਆਰਿਆਂ ਦੀ। ਜਿਹੜਾ ਆਪ ਜੁੜਿਆ ਹੋਵੇ, ਜਿਹੜਾ ਆਪ ਕਮਾਈ ਕਰਨ ਵਾਲਾ ਹੋਵੇ, ਉਹ ਫਿਰ ਦੂਸਰੇ ਨੂੰ ਵੀ ਨਾਲ ਜੋੜ ਕੇ ਰੱਖਦਾ। ਹਰ ਸਿਸਟਮ ਆ। ਤੁਸੀਂ ਫੈਕਟਰੀਆਂ ਦੇ ਵਿੱਚ ਆਪਾਂ ਕੰਮ ਕਰਦੇ ਹਾਂ, ਕਿਵੇਂ ਤਾਂ ਤੱਕ ਮੈਨੇਜਰ ਤੋਂ ਲੈ ਕੇ ਅਸਿਸਟੈਂਟ ਮੈਨੇਜਰ ਆ, ਫਿਰ ਥੱਲੇ ਸੁਪਰਵਾਈਜ਼ਰ ਆ, ਇੱਕ ਦੂਜੇ ਦੇ ਨਾਲ ਸਾਰੀ ਲੇਬਰ ਜੁੜੀ ਹੋਈ ਹੈ। ਜੇ ਉਹ ਗਾਈਡ ਕਰਦੇ ਰਹਿੰਦੇ ਨੇ ਤੇ ਜੁੜੇ ਰਹਿੰਦੇ ਨੇ, ਜੇ ਸੁਪਰਵਾਈਜ਼ਰ ਨਾ ਹੋਵਣ, ਮੈਨੇਜਰ ਨਾ ਹੋਵਣ, ਤਾਂ ਆਪੋ ਧਾਪੀ ਪੈ ਜਾਂਦੀ ਹੈ। ਫਿਰ ਪਤਾ ਹੀ ਨਹੀਂ ਲੱਗਦਾ ਕੀ ਕਰਨਾ ਤੇ ਕੀ ਨਹੀਂ ਕਰਨਾ, ਫਿਰ ਸਾਰਾ ਹੀ ਨੁਕਸਾਨ ਹੋ ਜਾਂਦਾ। ਇਸ ਕਰਕੇ ਜਦੋਂ ਅਸੀਂ ਰੱਬ ਦੇ ਪਿਆਰਿਆਂ ਨਾਲ ਜੁੜੇ ਰਹਿੰਦੇ ਹਾਂ, ਉਦੋਂ ਅਸੀਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਾਂ, ਕਿਉਂਕਿ ਉਹਨਾਂ ਦੇ ਵਿੱਚ ਭੇਦ ਨਹੀਂ ਕੋਈ ਰਹਿੰਦਾ। ਮਸਤਕ ਆਪਣਾ ਭੇਟ ਦਿਓ, ਇਹ ਜਿਹੜਾ ਦਿਮਾਗ ਆ, ਇਹ ਜਿਹੜਾ ਆਪਣਾ ਸਿਰ ਆ, ਇਹ ਉਹਨਾਂ ਦੇ ਅੱਗੇ ਭੇਟਾ ਕਰਦੇ। ਉੱਥੇ ਸਵਾਲ ਜਵਾਬ ਨਾ ਰਹਿਣ, ਉੱਥੇ ਗੁਣ ਸੁਣੋ ਰਸਾਲ, ਉੱਥੇ ਰੱਬ ਦੇ ਮਿੱਠੇ ਮਿੱਠੇ ਬੋਲ ਸੁਣ ਜਾ ਕੇ, ਉੱਥੇ ਰੱਬ ਦੇ ਨਾਮ ਦੀ ਬਰਕਤ ਆਪਣੇ ਹਿਰਦੇ ਵਿੱਚ ਵਸਾ, ਉੱਥੇ ਸ਼ੰਕਾ ਨਾ ਪੈਦਾ ਕਰ ਲਵੀਂ। ਤੇ ਸਤਿਗੁਰੂ ਜੀ ਕਹਿੰਦੇ ਨੇ ਤੁਮ ਮਿਲਤੇ ਮੇਰਾ ਮਨ ਜੀਓ, ਤੁਮ ਮਿਲੋ ਦਇਆਲ। ਕਿਉਂਕਿ ਪਰਮਾਤਮਾ ਨੂੰ ਮਿਲਿਆ ਹੀ ਮਨ ਨੂੰ ਟਿਕਾਓ ਮਿਲਣਾ ਆ। ਜਦੋਂ ਮਨ ਟਿਕਦਾ ਆ ਨਾ, ਉਦੋਂ ਹੀ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਆ। ਤੇ ਮਨ ਟਿਕਣਾ ਆ ਗੁਰੂ ਦੇ ਨਾਲ ਮਿਲਿਆ, ਤੇ ਗੁਰੂ ਮਿਲਣਾ ਆ ਗੁਰੂ ਦੇ ਪਿਆਰਿਆਂ ਦੇ ਨਾਲ ਮਿਲਿਆ। ਇਸ ਕਰਕੇ ਕਹਿੰਦੇ ਮਨ ਕਾ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਆਪਣੀਆਂ ਚਤੁਰਾਈਆਂ, ਆਪਣੀਆਂ ਸਿਆਣਪਾਂ ਦੇ ਨਾਲ ਅਸੀਂ ਉਹ ਕੁਝ ਕਰ ਬੈਠਦੇ ਹਾਂ, ਚੰਗਾ ਕਰਦੇ ਕਰਦੇ ਮਾੜਾ ਕਰ ਬੈਠਦੇ ਹਾਂ। ਜਿਹੜਾ ਜੀਵ ਨੌਲੇਜ ਰੱਖਦਾ ਆ, ਸਮਝ ਰੱਖਦਾ, ਜੇ ਕਿਤੇ ਉਹ ਬਿਜਲੀ ਦਾ ਕਨੈਕਸ਼ਨ ਕਰੇ ਤੇ ਲਾਈਟਾਂ ਜਗ ਜਾਂਦੀਆਂ ਨੇ। ਜਿਹੜਾ ਮੇਰੇ ਵਰਗਾ ਕੋਈ ਨੌਲੇਜ ਨਹੀਂ, ਕੋਈ ਸਮਝ ਨਹੀਂ, ਫੜ ਕੇ ਜਾ ਕੇ ਪਲਾਸ ਤੇ ਜਾ ਕਰਕੇ ਕਨੈਕਸ਼ਨ ਕਰ ਦੇਵੇ, ਜਿਹੜੀਆਂ ਚੱਲਦੀਆਂ ਉਹਨਾਂ ਨੂੰ ਵੀ ਬੰਦ ਕਰ ਦੇਵੇਗਾ। ਇਸ ਕਰਕੇ ਉਹਨਾਂ ਦੇ ਚਰਨਾਂ ਦੇ ਨਾਲ ਜੁੜਨਾ ਜ਼ਰੂਰੀ ਹੈ, ਜਿਹੜੇ ਆਪ ਜੁੜੇ ਨੇ ਔਰ ਪਰਮਾਤਮਾ ਦੀ ਬੰਦਗੀ ਦੇ ਵਿੱਚ ਮਗਨ ਰਹਿੰਦੇ ਨੇ, ਯਾਦ ਕਰਦੇ ਰਹਿੰਦੇ ਨੇ ਉਸ ਦਾਤੇ ਨੂੰ। ਸਤਿਗੁਰੂ ਜੀ ਕਹਿੰਦੇ ਨੇ ਤੁਮ ਮਿਲਤੇ ਮੇਰਾ ਮਨ ਜੀਓ, ਤੁਮ ਮਿਲੋ ਦਿਆਲ। ਤੁਸੀਂ ਤਰਸ ਕਰਕੇ ਮੈਨੂੰ ਮਿਲ ਪਵੋ, ਤੇਰੇ ਮਿਲਿਆ ਹੀ ਹੁਣ ਮਨ ਨੂੰ ਟਿਕਾਓ ਮਿਲਦਾ ਏ, ਚੈਨ ਮਿਲਦਾ ਏ। ਨਿਸਬਾਸੁਰ ਮਨ ਆਨੰਦ ਹੋਤ, ਚਿਤਵਤ ਕਿਰਪਾਲ। ਹੁਣ ਤੇ ਜੀ ਕਰਦਾ ਦਿਨ ਰਾਤ ਉਹਦਾ ਨਾਮ ਜਪ ਜਪ ਕੇ ਮਨ ਵਿੱਚ ਆਨੰਦ ਬਣਿਆ ਰਵੇ, ਖੇੜਾ ਬਣਿਆ ਰਵੇ। ਉਸ ਦਾਤੇ ਦੀ ਕਿਰਪਾ ਹੋ ਜਾਵੇ, ਮੇਰੇ ਚਿੱਤ ਦੇ ਵਿੱਚ ਉਹ ਵਸ ਜਾਵੇ। ਕਿਰਪਾ ਸਤਿਗੁਰੂ ਜੀਆਂ ਨੇ ਕਰਨੀ ਹੈ, ਤੇ ਉਹ ਜਦੋਂ ਪਰਮਾਤਮਾ ਮਨ ਦੇ ਵਿੱਚ ਆਣ ਕੇ ਵਸਿਆ, ਫਿਰ ਰਾਤ ਦਿਨ ਸਿਮਰਨ ਕਰਨ ਨੂੰ ਦਿਲ ਕਰਦਾ ਹੈ। ਜਗਤ ਉਦਾਹਰਨ ਸਾਧ ਪ੍ਰਭ, ਤਿਨ ਲਾਗੋ ਪਾਲ। ਇਸ ਸੰਸਾਰ ਦਾ ਭਲਾ ਕਰਨ ਵਾਸਤੇ ਰੱਬ ਆਪਣੇ ਪਿਆਰਿਆਂ ਨੂੰ ਭੇਜਦਾ, ਸੰਤ ਜਨਾਂ ਨੂੰ ਭੇਜਦਾ ਇਸ ਦੁਨੀਆ ਤੇ। ਅਸੀਂ ਆਉਂਦੇ ਹਾਂ 84 ਦਾ ਗੇੜਾ ਭੋਗਣ ਵਾਸਤੇ। ਅਸੀਂ ਸਜ਼ਾ ਭੋਗ ਰਹੇ ਹਾਂ, 84 ਲੱਖ ਜੂਨ ਦੇ ਰਾਹੀਂ ਸਾਡੀ ਸਜ਼ਾ ਲੱਗੀ ਹੋਈ ਹੈ। ਪਰ ਜਿਨ੍ਹਾਂ ਨੂੰ ਉਹ ਚੁਣ ਲੈਂਦਾ ਆ, ਜਿਹੜੇ ਇਸ ਸੰਸਾਰ ਤੋਂ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ, ਫਿਰ ਰੱਬ ਉਹਨਾਂ ਦੀ ਡਿਊਟੀ ਲਾ ਕਰਕੇ ਉਹਨਾਂ ਨੂੰ ਸੰਤ ਬਣਾ ਕਰਕੇ, ਸਾਧੂ ਜਨ ਬਣਾ ਕਰਕੇ ਇਸ ਸੰਸਾਰ 'ਤੇ ਭੇਜਦੇ ਨੇ।
ਤੁਸੀਂ ਜਾ ਕੇ ਦੁਨੀਆ ਦਾ ਭਲਾ ਕਰੋ, ਲੋਕਾਂ ਨੂੰ ਪਖੰਡਾ ਭਰਮਾਂ ਚੋਂ ਕੱਢ ਕੇ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜਨਾ ਕਰੋ। ਉਹਨਾਂ ਦੀ ਡਿਊਟੀ ਲੱਗ ਕੇ ਆਉਂਦੀ ਹੈ, ਉਹ ਆਪਣੀ ਡਿਊਟੀ ਨਿਭਾਉਣ ਆਉਂਦੇ ਨੇ। ਉਹ ਪਿਆਰ ਦੇ ਵਿੱਚ ਬੱਝੇ ਹੋਏ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਨ ਆਉਂਦੇ ਨੇ। ਉਹਨਾਂ ਨੂੰ ਸਜ਼ਾ ਨਹੀਂ ਹੁੰਦੀ, ਕਿਉਂਕਿ ਹੁਣ ਮਨੁੱਖਾਂ ਦਾ ਭਲਾ ਕਰਨਾ ਫਿਰ ਮਨੁੱਖਾ ਜਾਮਾ ਹੀ ਧਾਰਨ ਕਰਨਾ ਪੈਂਦਾ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਤੇ ਆਪ ਆਏ ਨੇ, ਨਿਰੰਕਾਰ ਦਾ ਰੂਪ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰਨ ਕਰਕੇ ਸੰਸਾਰ ਤੇ ਆਉਣਾ ਕੀਤਾ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਪਰਮਾਤਮਾ ਨੇ ਆਉਣਾ ਕੀਤਾ, ਪਰ ਦੁਨੀਆ ਦੇ ਚੱਲਦੇ ਉਸ ਸਿਸਟਮ ਦੇ ਵਿੱਚ ਵਿਘਨ ਨਹੀਂ ਪਾਇਆ, ਜਿਵੇਂ ਦਾ ਤਿਵੇਂ ਦਾ ਹੀ ਰਹਿਣ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ, ਜਗਤ ਉਦਾਹਰਣ ਸਾਧ ਪ੍ਰਭ ਤਿਨ ਲਾਗੋ ਪਾਲ। ਉਹਨਾਂ ਦੇ ਚਰਨਾਂ ਦੇ ਨਾਲ ਜੁੜ ਕਰਕੇ ਇਸ ਸੰਸਾਰ ਦਾ ਭਲਾ ਹੋ ਸਕਦਾ, ਨਹੀਂ ਤੇ ਸੰਸਾਰ ਵਿਕਾਰਾਂ ਵਾਲੀ ਜ਼ਿੰਦਗੀ ਦੇ ਵਿੱਚ ਆਪਣਾ ਜੀਵਨ ਗਰਕ ਕਰਦਾ ਜਾ ਰਿਹਾ ਹੈ। ਜਿਹੜਾ ਸਾਧੂਆਂ ਦੀ ਸੰਗਤ ਵਿੱਚ ਜੁੜ ਜਾਂਦਾ, ਪਰਮਾਤਮਾ ਦੀ ਸੰਗਤ ਵਿੱਚ ਜੁੜ ਜਾਂਦਾ, ਉਹ ਵਿਕਾਰਾਂ ਤੋਂ ਬਚ ਕੇ ਨਿਰੰਕਾਰ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ। ਮੋਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ। ਮੈਨੂੰ ਇੱਕ ਦਾਤਿਆ ਤਰਸ ਕਰ ਦੇ ਮੇਰੇ ਤੇ, ਇੱਕ ਦਾਨ ਦੇ ਦਿਓ ਮੈਨੂੰ, ਤਰਸ ਕਰਕੇ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਕਿ ਮੈਂ ਸੰਤਾਂ ਦੇ ਚਰਨਾਂ ਦੇ ਨਾਲ ਜੁੜਿਆ ਰਵਾਂ। ਸੰਤਾਂ ਦੀ ਧੂੜ ਹੈ ਜਿਹੜੀ, ਉਹ ਮੈਂ ਆਪਣੇ ਮਸਤਕ ਤੇ ਲਾਵਾਂ। ਉਹਨਾਂ ਦੇ ਚਰਨਾਂ ਦੀ ਧੂੜ ਮੇਰੇ ਮਸਤਕ ਦੇ ਨਾਲ ਲੱਗਦੀ ਰਵੇ, ਮੇਰੀਆਂ ਰੇਖਾਵਾਂ ਬਦਲਦੀਆਂ ਰਹਿਣ। ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕਰਕੇ ਪਰਮਾਤਮਾ ਦਾ ਨਾਮ ਜਪਾਂ। ਉਕਤ ਸਿਆਣਪ ਕਛ ਨਹੀਂ ਨਾਹੀਂ ਕਛ ਕਾਲ। ਕਿਉਂਕਿ ਮੇਰੇ ਵਿੱਚ ਕੋਈ ਸਿਆਣਪ ਨਹੀਂ ਗੇ, ਕੋਈ ਮੇਰਾ ਕਰਮ ਨਹੀਂ ਐਸਾ, ਕੋਈ ਮੈਂ ਸੇਵਾ ਨਹੀਂ ਕਰਦਾ ਜਿਹਦੇ ਕਰਕੇ ਤੂੰ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੇਂ। ਇਸ ਕਰਕੇ ਮੈਂ ਚਾਹੁੰਦਾ ਕਿ ਤੂੰ ਆਪਣੇ ਜਨ ਦੇ ਨਾਲ ਜੋੜ ਲੈ, ਆਪਣੇ ਪਿਆਰੇ ਦੇ ਨਾਲ ਜੁੜ ਲਾ। ਭਰਮ ਪੈ ਰਾਖੋ ਮੋਹ ਤੇ ਕਾਟੋ ਜਮਜਾਲ। ਜਿਹੜਾ ਭਰਮ ਮੇਰੀ ਭਟਕਣਾ ਆ, ਜਿਹੜਾ ਮੇਰਾ ਮੋਹ ਆ, ਉਹਨੂੰ ਕੱਟ ਕਰਕੇ ਮੈਨੂੰ ਜਮਾਂ ਦੇ ਜਾਲ ਤੋਂ ਬਚਾ ਲਵੋ। ਸਤਿਗੁਰੂ ਜੀ ਕਿਰਪਾ ਕਰੋ, ਮਿਹਰ ਦੀਆਂ ਨਜ਼ਰਾਂ ਕਰੋ, ਮੇਰੀ ਪ੍ਰਤਪਾਲਣਾ ਤੁਸੀਂ ਆਪ ਕਰੋ। ਬਿਨੋ ਕਰੋ ਕਰੁਣਾ ਪਤੇ ਪਿਤਾ ਪ੍ਰਤਪਾਲ। ਮੈਂ ਬੇਨਤੀ ਕਰਦਾ ਹਾਂ, ਅਰਦਾਸ ਕਰਦਾ ਤੇਰੇ ਚਰਨਾਂ ਦੇ ਵਿੱਚ ਦਾਤਿਆ, ਮੇਰੀ ਪ੍ਰਤਪਾਲਣਾ ਤੇਰੀਆਂ ਨਜ਼ਰਾਂ ਦੇ ਹੇਠ ਹੋ ਜਾਵੇ। ਕਿਤੇ ਗੁਣ ਗਾਵੋ ਤੇਰੇ ਸਾਧ ਸੰਗ, ਨਾਨਕ ਸੁਖ ਸਾਲ। ਜਿਹੜੇ ਸਤ ਸੰਗਤ ਵਿੱਚ ਆਣ ਕਰਕੇ ਉਸ ਦਾਤੇ ਦੇ ਗੁਣ ਗਾਉਂਦੇ ਨੇ, ਉਹ ਸੁੱਖ ਪ੍ਰਾਪਤ ਕਰਦੇ ਨੇ, ਕਿਉਂਕਿ ਸੁੱਖਾਂ ਵਾਲੀ ਜਗ੍ਹਾ ਗੁਰੂ ਦੀ ਸੰਗਤ ਹੈ। ਇਸ ਕਰਕੇ ਆਪਾਂ ਵੀ ਨਿਤਾ ਪ੍ਰਤੀ ਗੁਰੂ ਦੀ ਸੰਗਤ ਵਿੱਚ ਜੁੜ ਕਰਕੇ ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਹੋ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੀਏ। ਸਮੇਂ ਸਿਰ ਪਹੁੰਚਿਆ ਕਰੋ, ਵੱਧ ਛੱਡ ਕੇ ਲਾਹਾ ਲਿਆ ਕਰੋ। ਜਿੰਨਾ ਹੋ ਸਕਦਾ ਹੈ ਓਨਾ ਹੀ ਥੋੜ੍ਹਾ ਹੈ, ਕਿਉਂਕਿ ਜੀਵਨ ਦੀ ਜਿਹੜੀ ਬਾਜੀ ਹੈ ਸੰਸਾਰ ਤੋਂ ਉਹੀ ਜੀਵ ਜਿੱਤ ਕੇ ਜਾਂਦੇ ਨੇ ਜਿਹੜੇ ਗੁਰਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ, ਹੱਕ ਸੱਚ ਦੀ ਕਮਾਈ ਕਰਕੇ ਧਰਮ ਦੀ ਕਿਰਤ ਕਰਦੇ ਨੇ। ਉਹ ਜੁੜ ਕਰਕੇ ਪਰਮਾਤਮਾ ਦਾ ਭਜਨ ਕਰਕੇ ਇਸ ਸੰਸਾਰ ਤੋਂ 84 ਦੇ ਗੇੜੇ ਤੋਂ ਮੁਕਤ ਹੋ ਕਰਕੇ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਨਾਲ ਨਿਵਾਜ ਕੇ ਇਸੇ ਤਰ੍ਹਾਂ ਨਿਤਾ ਪ੍ਰਤੀ ਆਪਣੇ ਦਰਸ਼ਨ ਦਿਦਾਰੇ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨ। ਪਾਵਨ ਬਚਨਾਂ ਦੀ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਆਪ ਸਰਬੱਤ ਸੰਗਤਾਂ ਨੇ ਬਖਸ਼ ਲੈਣਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਆਓ ਬੜੇ ਅਦਬ ਸਤਿਕਾਰ ਦੇ ਨਾਲ ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।